ਅਸੀਂ ਪਰਮੇਸ਼ਵਰ ਦੇ ਜਿਨ੍ਹਾਂ ਵਚਨਾਂ ਦਾ ਅਧਿਐਨ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਇੱਕ ਵੱਡੀ ਬਿਪਤਾ ਅਤੇ ਪਸਾ। ਇਸ ਵਿਸ਼ੇ ਦੇ ਹੇਠ ਆਓ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਜਾਣੀਏ। ਪਿਛਲੇ ਹਫ਼ਤੇ ਵਿੱਚ ਈਰਾਨ ਅਤੇ ਅਮਰੀਕਾ ਦੇ ਬਾਰੇ ਵਿੱਚ ਵਿਸ਼ਵ ਦੀ ਵੱਡੀ ਖਬਰ ਸੀ। ਇਹ ਇੱਕ ਵੱਡਾ ਮਾਮਲਾ ਸੀ ਜਿਸ ਨੇ ਦੁਨੀਆ ਭਰ ਦੇ ਕਈ ਲੋਕਾਂ ਨੂੰ ਵੱਡੀ ਚਿੰਤਾ ਵਿੱਚ ਪਾ ਦਿੱਤਾ। ਮੈਂ ਇੱਕ ਖਬਰ ਦੇਖੀ ਕਿ ਈਰਾਨ ਨੇ ਇਰਾਕ ਵਿੱਚ ਅਮਰੀਕੀ ਸੈਨਿਕ ਅੱਡੇ ਤੇ 13 ਤੋਂ 15 ਬੈਲਿਸਟਿਕ ਮਿਸਾਈਲਾਂ ਨੂੰ ਚਲਾਇਆ ਗਿਆ। ਅਮਰੀਕੀ ਟਿਕਾਣਿਆਂ ਤੇ ਹਮਲਾ ਇੱਕ ਮਹਾਨ ਅੰਤਰਰਾਸ਼ਟਰੀ ਜੋਖਮ ਹੋ ਸਕਦਾ ਹੈ। ਇਸ ਲਈ ਮੈਂ ਸੋਚਿਆ ਕਿ ਅਮਰੀਕੀ ਰਾਸ਼ਟਰਪਤੀ ਇਸ ਦੇ ਬਾਵਜੂਦ ਵੀ ਚੁੱਪ ਰਹਿਣਗੇ। ਪੂਰੀ ਦੁਨੀਆ ਨੇ ਪੂਰੀ ਰਾਤ ਇਸ ਤੇ ਧਿਆਨ ਦਿੱਤਾ। ਸਮੇਂ ਦੇ ਹਾਲਾਤ ਇਸ ਦੇਸ਼ ਨੂੰ ਹੀ ਨਹੀਂ ਪਰ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਹਨ। ਉੱਤਰ ਕੋਰੀਆ ਨਾਲ ਸਾਡੇ ਸੰਬੰਧ ਦੇ ਕਰਕੇ ਦੱਖਣ ਕੋਰੀਆ ਹੁਣ ਬਹੁਤ ਸੰਵੇਦਨਸ਼ੀਲ ਹਾਲਾਤ ਵਿੱਚ ਹੈ। ਹਾਲਾਂਕਿ ਮੱਧ ਪੂਰਬ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਕਰਕੇ ਅਵਿਸ਼ਵਾਸ ਪਹਿਲਾਂ ਤੋਂ ਹੀ ਬਣ ਚੁੱਕਾ ਹੈ। ਇਸ ਹਾਲਾਤ ਵਿੱਚ ਸੰਚਾਰ ਮੀਡੀਆ ਅਤੇ ਸਾਰੇ ਰਾਜਨੇਤਾਵਾਂ ਸਹਿਤ ਪੂਰੀ ਦੁਨੀਆ ਦਾ ਕਹਿਣਾ ਹੈ ਕਿ ਅਮਰੀਕਾ ਯੁੱਧ ਦੀ ਘੋਸ਼ਣਾ ਕਰੇਗਾ। ਇੱਥੇ ਤੱਕ ਕਿ ਸਾਡੇ ਦੇਸ਼ ਵਿੱਚ ਵੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਇਕੱਠ ਕੀਤਾ ਗਿਆ। ਅੱਜ ਇੱਕ ਵੱਡੀ ਬਿਪਤਾ ਅਤੇ ਪਸਾ ਇਸ ਵਿਸ਼ੇ ਦੇ ਹੇਠ ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਜਦੋਂ ਵੀ ਦੁਨੀਆ ਦੇ ਲੋਕ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਹਨ ਉਹ ਸੋਚਦੇ ਹਨ ਅਸੀਂ ਕਿਵੇਂ ਬਚ ਸਕਦੇ ਹਾਂ, ਜਿਉਂਦੇ ਰਹਿਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਉਹ ਇਸ ਤਰ੍ਹਾਂ ਦੇ ਹਾਲਾਤ ਅਤੇ ਸਥਿਤੀ ਵਿੱਚ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਪਰ ਸਿਓਨ ਦੀਆਂ ਸੰਤਾਨਾਂ ਦੇ ਕੋਲ ਹਮੇਸ਼ਾ ਵਿਸ਼ਵਾਸ ਹੈ ਕਿ ਇਸ ਵੱਡੀ ਵਿਪਤਾ ਵਿੱਚ ਵੀ ਪਿਤਾ ਅਤੇ ਮਾਤਾ ਜੀ ਹਮੇਸ਼ਾ ਸਾਡੇ ਨਾਲ ਹਨ। ਇਸ ਵਿਸ਼ਵਾਸ ਦੇ ਕਰਕੇ ਭਾਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਜਾਂ ਨਾ ਹੋਣ, ਸਾਡੇ ਸਿਓਨ ਮੈਂਬਰ ਪੂਰੇ ਚੰਦ ਦੇ ਵਾਂਗ ਬਹੁਤ ਸ਼ਾਂਤੀਪੂਰਨ ਅਤੇ ਚਮਕਦਾਰ ਦਿਖਦੇ ਹਨ। ਅਸੀਂ ਸੋਚਦੇ ਹਾਂ ਵਿਸ਼ੇਸ਼ ਰੂਪ ਨਾਲ ਇਸ ਹਾਲਾਤ ਵਿੱਚ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਅਸਲ ਵਿੱਚ ਚੰਗਾ ਹੈ। ਭਾਵੇਂ ਹੀ ਅਸੀਂ ਸਧਾਰਨ ਸਮੇਂ ਵਿੱਚ ਧਿਆਨ ਨਹੀਂ ਦਿੰਦੇ, ਪਰ ਜਦੋਂ ਵੀ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਤਦ ਅਸੀਂ ਉਹਨਾਂ ਲੋਕਾਂ ਦੇ ਵਿੱਚ ਬਹੁਤ ਫਰਕ ਦੇਖ ਸਕਦੇ ਹਾਂ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ ਅਤੇ ਜੋ ਨਹੀਂ ਕਰਦੇ ਹਨ। ਨਾਲ ਹੀ ਅਸੀਂ ਇੱਕ ਪਾਸੇ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ, ਪਰ ਅਸੀਂ ਹੁਣ ਨੇਮ ਵਿੱਚ ਰਹਿੰਦੇ ਹਾਂ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਨਾਲ ਸਥਾਪਿਤ ਕੀਤਾ ਹੈ। ਇਸ ਲਈ ਸਾਡਾ ਭਵਿੱਖ ਬੇਸਹਾਰਾ ਹੋ ਕੇ ਚਮਕਦਾਰ, ਸ਼ਾਨਦਾਰ ਅਤੇ ਵਡਿਆਈ ਨਾਲ ਭਰਿਆ ਹੈ ਨਾ? ਸ਼ਾਇਦ ਇਸ ਲਈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਮਨ ਹੈ ਤਾਂ ਸਾਡੇ ਆਲੇ ਦੁਆਲੇ ਦੇ ਲੋਕ ਹਮੇਸ਼ਾ ਸਿਓਨ ਦੇ ਮੈਂਬਰਾਂ ਦੇ ਬਾਰੇ ਵਿੱਚ ਚੰਗੀਆਂ ਗੱਲਾਂ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਚਰਚ ਆਫ ਗॉड ਦੇ ਮੈਂਬਰਾਂ ਨੂੰ ਚੁਣ ਕੇ ਲਿਆਉਂਦਾ ਹੈ ਅਤੇ ਮੈਂਬਰਾਂ ਦੇ ਲਈ ਜ਼ਰੂਰੀ ਸ਼ਰਤਾਂ ਹੁੰਦੀਆਂ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਕੀ ਕਹਿੰਦਾ ਹੈ? ਆਓ ਜਿਹੜਾ ਸੁਣਦਾ ਹੋਵੇ ਉਹ ਕਹੇ ਆਓ। ਜਿਹੜਾ ਸੁਣਦਾ ਹੋਵੇ ਦਾ ਮਤਲਬ ਹੈ ਕਿ ਕੋਈ ਸ਼ਰਤ ਨਹੀਂ ਹੈ ਕਿ ਇਹ ਉਹ ਜਗ੍ਹਾ ਨਹੀਂ ਹੈ ਜਿੱਥੇ ਜੋ ਕੋਈ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਚਾਹੁੰਦਾ ਹੈ ਉਹ ਆ ਸਕਦਾ ਹੈ। ਜਦੋਂ ਅਸੀਂ ਸੱਚ ਨਹੀਂ ਜਾਣਦੇ ਸੀ ਤਦ ਅਸੀਂ ਚਮਕਦਾਰ ਨਹੀਂ ਦਿਖਦੇ ਸੀ, ਪਰ ਇੱਕ ਵਾਰ ਜਦੋਂ ਅਸੀਂ ਸੱਚਾਈ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਪੂਰੇ ਚੰਦਰਮਾ ਦੇ ਵਾਂਗ ਚਮਕਦਾਰ ਦਿਖਦੇ ਹਾਂ। ਮੈਂ ਅਕਸਰ ਸੋਚਦਾ ਹਾਂ ਕਿਉਂਕਿ ਪਰਮੇਸ਼ਵਰ ਤੇ ਸਾਡੇ ਵਿਸ਼ਵਾਸ ਦੇ ਦੁਆਰਾ ਸਾਡੇ ਦਿਲ ਵਿੱਚ ਸੱਚਾ ਆਨੰਦ ਹੈ ਤਾਂ ਸਾਡੇ ਚਿਹਰੇ ਦਾ ਪ੍ਰਗਟਾਵਾ ਵੀ ਬਦਲ ਜਾਂਦਾ ਹੈ। ਸਾਡੇ ਆਲੇ ਦੁਆਲੇ ਦੇ ਗੈਰ ਕੌਮ ਦੇ ਲੋਕ ਜੋ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ ਅਕਸਰ ਕਹਿੰਦੇ ਹਨ ਕਿ ਲੱਗਦਾ ਹੈ ਕਿ ਚਰਚ ਆਫ ਗॉड ਆਪਣੇ ਮੈਂਬਰਾਂ ਨੂੰ ਚੁਣਦਾ ਹੈ। ਅਸਲ ਵਿੱਚ ਇਹ ਸੱਚ ਹੈ। ਉਹਨਾਂ ਸਾਰੇ ਲੋਕਾਂ ਵਿੱਚ ਜੋ ਪਾਪ ਨਾਲ ਭਰੇ ਸੰਸਾਰ ਵਿੱਚ ਬੰਨੇ ਹੋਏ ਹਨ ਪਰਮੇਸ਼ਵਰ ਨੇ ਸਾਨੂੰ ਚੁਣਿਆ ਹੈ। ਇਸ ਲਈ ਇੱਕ ਪੱਕੇ ਨਜ਼ਰੀਏ ਨਾਲ ਉਹ ਸਹੀ ਹਨ, ਪਰ ਅਸੀਂ ਕੁਝ ਲੋਕਾਂ ਨੂੰ ਆਪਣੇ ਮੈਂਬਰਾਂ ਦੇ ਰੂਪ ਵਿੱਚ ਨਿਯੁਕਤ ਨਹੀਂ ਕਰਦੇ, ਹੈ ਨਾ? ਕਿਉਂਕਿ ਅਸੀਂ ਸੱਚ ਵਿੱਚ ਰਹਿੰਦੇ ਹਾਂ ਤਾਂ ਅਸੀਂ ਚਮਕਦਾਰ ਦਿਖਦੇ ਹਾਂ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕੋਲ ਕਿਸੇ ਮਹਾਨ ਚੀਜ਼ ਦੀ
ਆਸ ਦੇ ਨਾਲ ਸ਼ਾਨਦਾਰ ਭਵਿੱਖ ਹੈ। ਸਕਾਰਾਤਮਕ ਤਰੀਕੇ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿੰਦੇ ਹਨ। ਉਸ ਦੇ ਕਰਕੇ ਉਹ ਸਾਡੇ ਸਿਓਨ ਦੇ ਮੈਂਬਰਾਂ ਦੀ ਉਮਰ 10 ਸਾਲ ਜਾਂ 20 ਸਾਲ ਘੱਟ ਹੋਣ ਦਾ ਅਨੁਮਾਨ ਲਗਾਉਂਦੇ ਹਨ। ਉਹ ਕਹਿੰਦੇ ਹਨ ਕਿ 50 ਸਾਲ ਦੀ ਉਮਰ ਦਾ ਮੈਂਬਰ 30 ਦੀ ਉਮਰ ਦਾ ਦਿਖਦਾ ਹੈ ਅਤੇ 70 ਸਾਲ ਦੀ ਉਮਰ ਦਾ ਮੈਂਬਰ 50 ਦੀ ਉਮਰ ਦਾ ਦਿਖਦਾ ਹੈ। ਮੇਰੀ ਨਜ਼ਰ ਵਿੱਚ ਵੀ ਸਾਡੇ ਭਰਾ ਅਤੇ ਭੈਣ ਆਪਣੀ ਉਮਰ ਤੋਂ ਬਹੁਤ ਛੋਟੇ ਦਿਖਦੇ ਹਨ। ਭਾਵੇਂ ਹੀ ਮੈਨੂੰ ਉਹਨਾਂ ਦੀ ਉਮਰ ਪਤਾ ਹੈ, ਪਰ ਮੈਂ ਕਦੀ-ਕਦੀ ਸੋਚਦਾ ਹਾਂ ਉਹ ਆਪਣੀ ਉਮਰ ਤੋਂ ਇੰਨੇ ਛੋਟੇ ਕਿਵੇਂ ਦਿਖ ਸਕਦੇ ਹਨ। ਕਿ ਇਹ ਸਭ ਇਸ ਲਈ ਨਹੀਂ ਹੈ ਕਿਉਂਕਿ ਪਿਤਾ ਅਤੇ ਮਾਤਾ ਜੀ ਸਾਨੂੰ ਜੋ ਸਿਓਨ ਵਿੱਚ ਹਨ ਭਰਪੂਰ ਆਨੰਦ, ਭਵਿੱਖ ਦੇ ਲਈ ਆਤਮ ਵਿਸ਼ਵਾਸ ਦਿੰਦੇ ਹਨ ਅਤੇ ਸਾਨੂੰ ਆਸ ਨਾਲ ਭਰ ਦਿੰਦੇ ਹਨ। ਸਭ ਤੋਂ ਪਹਿਲਾਂ ਆਓ ਅਸੀਂ ਸਫਨਿਆ ਅਧਿਆਇ 1 ਤੇ 1 ਨਜ਼ਰ ਪਾਈਏ ਅਤੇ ਬਾਈਬਲ ਦੀ ਭਵਿੱਖਬਾਣੀ ਦੇਖੀਏ। ਸਫਨਿਆ ਅਧਿਆਇ 1 ਵਚਨ 2 ਵਿੱਚ ਲਿਖਿਆ ਹੈ, ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦਿਆਂਗਾ। ਯਹੋਵਾ ਦਾ ਵਾਕ ਹੈ। ਇਸ ਭਵਿੱਖਬਾਣੀ ਦੇ ਕਾਰਨ ਕਿ ਉਹ ਸਭ ਦਾ ਅੰਤ ਕਰ ਦੇਵੇਗਾ, ਸਾਨੂੰ ਬੇਸਹਾਰਾ ਹੋ ਕੇ ਆਪਣੇ ਆਲੇ ਦੁਆਲੇ ਹੋਣ ਵਾਲੀ ਵੱਡੀ ਅਤੇ ਛੋਟੀ ਘਟਨਾਵਾਂ ਤੇ ਵੱਡੀ ਨਜ਼ਰ ਰੱਖਣੀ ਪੈਂਦੀ ਹੈ। ਜਦੋਂ ਵੀ ਕੁਝ ਇਸ ਤਰ੍ਹਾਂ ਹੁੰਦਾ ਹੈ ਜੋ ਬਾਈਬਲ ਦੀ ਭਵਿੱਖਬਾਣੀ ਨਾਲ ਮੇਲ ਖਾਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਇਸ ਸਮੇਂ ਪਰਮੇਸ਼ਵਰ ਦੀ ਭਵਿੱਖਬਾਣੀ ਪੂਰੀ ਹੋਣ ਵਾਲੀ ਹੈ। ਕਿਉਂਕਿ ਅਸੀਂ ਇਸ ਹਾਲਾਤ ਵਿੱਚ ਹਾਂ ਤਾਂ ਅਸੀਂ ਅੰਤਰਰਾਸ਼ਟਰੀ ਸਥਿਤੀ ਅਤੇ ਉੱਤਰ ਕੋਰੀਆ ਦੇ ਨਾਲ ਸੰਬੰਧ ਅਤੇ ਅਮਰੀਕਾ ਅਤੇ ਈਰਾਨ ਦੇ ਵਿੱਚ ਦੇ ਹਾਲਾਤ ਤੇ ਬਹੁਤ ਧਿਆਨ ਦਿੰਦੇ ਹਨ। ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦਿਆਂਗਾ। ਅਤੇ ਵਚਨ 3, ਮੈਂ ਆਦਮੀ ਅਤੇ ਡੰਗਰ ਨੂੰ ਮਿਟਾ ਦਿਆਂਗਾ। ਮੈਂ ਆਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਠੋਕਰਾਂ ਨੂੰ ਦੁਸ਼ਟਾਂ ਸਣੇ ਮਿਟਾ ਦਿਆਂਗਾ ਅਤੇ ਮੈਂ ਆਦਮੀ ਨੂੰ ਜ਼ਮੀਨ ਦੇ ਉੱਤੋਂ ਕੱਟ ਸੁੱਟਾਂਗਾ। ਯਹੋਵਾ ਦਾ ਵਾਕ ਹੈ। ਨਬੀ ਸਫਨਿਆ ਦੇ ਦੁਆਰਾ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਇਸ ਧਰਤੀ ਦੇ ਭਵਿੱਖ ਦੇ ਬਾਰੇ ਵਿੱਚ ਦੱਸਿਆ। ਇਹ ਹਾਲਾਤ ਪੱਕੀ ਤਰ੍ਹਾਂ ਨਾਲ ਆਉਣਗੇ। ਭਵਿੱਖਬਾਣੀ ਪੱਕਾ ਹੀ ਪੂਰੀ ਹੋਵੇਗੀ। ਪਰ ਸਵਾਲ ਇਹ ਹੈ ਕਿ ਕਦੋਂ। ਇਸ ਲਈ ਅਸੀਂ ਹੁਣ ਪਰਮੇਸ਼ਵਰ ਦੇ ਭਵਿੱਖ ਸੂਚਕ ਸਮੇਂ ਦੀ ਉਡੀਕ ਕਰ ਰਹੇ ਹਾਂ। ਆਓ ਅਸੀਂ ਵਚਨ 14 ਤੇ ਜਾਈਏ। ਯਹੋਵਾ ਦਾ ਮਹਾਨ ਦਿਨ ਨੇੜੇ ਹੈ। ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ। ਹਾਂ, ਯਹੋਵਾ ਦੀ ਆਵਾਜ਼ ਸੁਰਮਾ ਉੱਥੇ ਕੁੜਤਣ ਨਾਲ ਚਿল্ਲਾਵੇਗਾ। ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ, ਤੂਰੀ ਅਤੇ ਨਾਰੇ ਦਾ ਦਿਨ, ਗੜਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਔਰ ਉੱਚੇ ਬੁਰਜਾਂ ਦੇ ਵਿਰੁੱਧ। ਮੈਂ ਆਦਮੀ ਉੱਤੇ ਖੇਚਲ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗੂ ਤੁਰਨਗੇ, ਕਿਉਂ ਜੋ ਉਹਨਾਂ ਨੇ ਯਹੋਵਾ ਦਾ ਪਾਪ ਕੀਤਾ ਅਤੇ ਉਹਨਾਂ ਦਾ ਲਹੂ ਕੱਟੇ ਵਾਂਗੂ ਸੁੱਟਿਆ ਜਾਵੇਗਾ ਅਤੇ ਉਹਨਾਂ ਦਾ ਮਾਂਸ ਬਿਸ਼ਟੇ ਵਾਂਗੂ ਯਹੋਵਾ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ। ਪਰ ਉਹਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ। ਕਿਉਂਕਿ ਇਹ ਭਵਿੱਖਬਾਣੀ ਪੱਕੀ ਤਰ੍ਹਾਂ ਨਾਲ ਪੂਰੀ ਹੋਵੇਗੀ ਤਾਂ ਸਵਾਲ ਇਹ ਹੈ ਕਿ ਇਹ ਕਦੋਂ ਕੀਤੀ ਜਾਵੇਗੀ। ਪਰ ਸਫਨਿਆ ਅਧਿਆਇ 1 ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਅਚਾਨਕ ਚਾਂਦੀ ਅਤੇ ਸੋਨੇ ਦਾ ਜ਼ਿਕਰ ਕੀਤਾ ਗਿਆ ਹੈ? ਇਸ ਖਬਰ ਤੇ ਕਿ ਅਮਰੀਕਾ ਅਤੇ ਈਰਾਨ ਦੇ ਵਿੱਚ ਸੰਘਰਸ਼ ਸੀ। ਇਹ ਸੋਨੇ ਦੀ ਕੀਮਤ ਸੀ ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ। ਇਹ ਦੱਸਿਆ ਗਿਆ ਹੈ ਕਿ ਲੋਕ ਜ਼ਿਆਦਾਤਰ ਮਾਤਰਾ ਵਿੱਚ ਸੋਨਾ ਖਰੀਦ ਰਹੇ ਹਨ। ਜੇਕਰ ਕੋਈ ਯੁੱਧ ਹੋਇਆ ਤਾਂ ਧਨ ਆਪਣਾ ਮੁੱਲ ਗਵਾ ਦੇਵੇਗਾ। ਇਸ ਲਈ ਪੂਰੀ ਦੁਨੀਆ ਵਿੱਚ ਲੋਕ ਸੋਨਾ ਖਰੀਦ ਰਹੇ ਹਨ। ਬਾਈਬਲ ਇਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਯਹੋਵਾ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ। ਨਬੀ ਸਫਨਿਆ ਦੇ ਦੁਆਰਾ ਪਰਮੇਸ਼ਵਰ ਨੇ ਸਾਨੂੰ ਪਹਿਲਾਂ ਹੀ ਜਾਣਨ ਦਿੱਤਾ ਸੀ ਕਿ ਇਸ ਯੁੱਗ ਵਿੱਚ ਲੋਕ ਕੀ ਕਰਨਗੇ ਅਤੇ ਕਿਵੇਂ ਪ੍ਰਤੀਕਿਰਿਆ ਕਰਨਗੇ। ਇਸ ਲਈ ਭਵਿੱਖਬਾਣੀ ਦਾ ਸਮਾਂ ਯਹੋਵਾ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ
ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ। ਕਿਉਂਕਿ ਸਮਾਂ ਪੱਕਾ ਹੀ ਆਵੇਗਾ ਤਾਂ ਸਾਨੂੰ ਸਾਰਿਆਂ ਨੂੰ ਸਿਯੋਨ ਵਿੱਚ ਅਤੇ ਪਰਮੇਸ਼ਰ ਵਿੱਚ ਮਜ਼ਬੂਤ ਰਹਿਣਾ ਚਾਹੀਦਾ ਹੈ ਅਤੇ ਪਵਿੱਤਰ ਚਾਲ ਚਲਣ ਅਤੇ ਭਗਤੀ ਵਿੱਚ ਜਿਉਂਦੇ ਹੋਏ ਪਰਮੇਸ਼ਰ ਦੇ ਉਸ ਦਿਨ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਜਲਦ ਆਉਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰਮੇਸ਼ਰ ਸਾਨੂੰ ਸਫਨਿਆ ਦੀ ਪੁਸਤਕ ਵਿੱਚ ਅੰਤਮ ਦਿਨਾਂ ਦੇ ਬਾਰੇ ਵਿੱਚ ਭਵਿੱਖਬਾਣੀ ਦੇ ਦ੍ਰਿਸ਼ਾਂ ਨੂੰ ਦਿਖਾਉਂਦੇ ਹਨ ਅਤੇ ਅਸੀਂ ਮਲਾਕੀ ਅਧਿਆਇ 4 ਵਿੱਚ ਵੀ ਉਹੀ ਚੀਜ਼ਾਂ ਦੇਖ ਸਕਦੇ ਹਾਂ। ਬਾਈਬਲ ਵਿੱਚ ਇਹ ਭਵਿੱਖਬਾਣੀ ਇਸ ਗੱਲ ਦੇ ਆਧਾਰ ਤੇ ਹੈ ਕਿ ਇਹ ਚੀਜ਼ਾਂ ਪੱਕੀ ਤਰ੍ਹਾਂ ਨਾਲ ਹੋਣਗੀਆਂ। ਆਓ ਅਸੀਂ ਮਲਾਕੀ ਅਧਿਆਇ 4 ਵਚਨ 1 ਦੀ ਸਿੱਖਿਆ ਨੂੰ ਦੇਖੀਏ। ਤਾਂ ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਗੂ ਸਾੜਨ ਵਾਲਾ, ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਪੁੱਠਾ ਹੋਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ। ਸੈਨਾ ਦਾ ਯਹੋਵਾ ਆਖਦਾ ਹੈ, ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਤੇ ਉਹਨਾਂ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂ ਬਾਹਰ ਨਿਕਲੋਗੇ ਅਤੇ ਕੁੱਦੋਗੇ। ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ। ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਨਬੀ ਮਲਾਕੀ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਤਾਂ ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਗੂ ਸੜਨ ਵਾਲਾ। ਆਓ ਅਸੀਂ ਦੂਜਾ ਪਤਰਸ ਅਧਿਆਇ 3 ਨੂੰ ਵੀ ਦੇਖੀਏ। ਇਹਨਾਂ ਦ੍ਰਿਸ਼ਾਂ ਦੀ ਬਾਈਬਲ ਵਿੱਚ ਭਵਿੱਖਬਾਣੀ ਹੈ ਕਿਉਂਕਿ ਅਸੀਂ ਬਾਈਬਲ ਤੇ ਭਰੋਸਾ ਰੱਖਦੇ ਹਾਂ। ਇਸ ਲਈ ਅਸੀਂ ਕਦੀ ਵੀ ਪਰਮੇਸ਼ਵਰ ਦੇ ਵਚਨਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਆਓ ਅਸੀਂ ਦੂਜਾ ਪਤਰਸ ਅਧਿਆਇ 3 ਵਚਨ 6 ਦੇਖੀਏ। ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਉਸ ਸਮੇਂ ਦਾ ਮਤਲਬ ਨੂਹ ਦੇ ਦਿਨ ਹਨ। ਨੂਹ ਦੇ ਦਿਨਾਂ ਵਿੱਚ ਲੋਕ ਪਾਣੀ ਨਾਲ ਨਸ਼ਟ ਹੋ ਗਏ ਸਨ। ਆਓ ਅਸੀਂ ਵਚਨ 7 ਦੇਖੀਏ। ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਹਨ, ਕੀ ਕਿਤੇ ਜਾਣ ਲਈ, ਸਾੜੇ ਜਾਣ ਲਈ ਉਸੇ ਵਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਨ ਮਨੁੱਖਾਂ ਦੇ ਨਿਆਇਓ ਅਤੇ ਨਾਸ ਹੋਣ ਦੇ ਦਿਨ ਤੱਕ ਸਾਂਭੇ ਰਹਿਣਗੇ। ਕੀ ਤੁਸੀਂ ਖਾਣਾ ਹਮੇਸ਼ਾ ਦੇ ਲਈ ਫ੍ਰਿਜ ਵਿੱਚ ਰੱਖਦੇ ਹੋ? ਤੁਸੀਂ ਉਸ ਦਾ ਕਿਸੇ ਦਿਨ ਵੀ ਉਪਯੋਗ ਕਰਨ ਦੇ ਲਈ ਥੋੜੇ ਚਿਰ ਲਈ ਉਸ ਵਿੱਚੋਂ ਖਾਂਦੇ ਹੋ, ਹੈ ਨਾ? ਇੱਥੇ ਵੀ ਪਰਮੇਸ਼ਵਰ ਕਹਿੰਦੇ ਹਨ ਕਿ ਉਹ ਇਸ ਲਈ ਸਾਂਭੇ ਹੋਏ ਹਨ ਕਿ ਉਹ ਸਾੜੇ ਜਾਣ ਅਤੇ ਇਹ ਭਗਤੀਹੀਨ ਮਨੁੱਖਾਂ ਦੇ ਨਿਆਂ ਅਤੇ ਨਾਸ ਹੋਣ ਦੇ ਦਿਨ ਤੱਕ ਸਾਂਭੇ ਰਹਿਣਗੇ। ਆਓ ਅਸੀਂ ਵਚਨ 10 ਦੇਖੀਏ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ, ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੋ ਵਸਤੂਆਂ ਇਹ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਗਰ ਜਾਣਗੀਆਂ। ਬਾਈਬਲ ਵਿੱਚ ਦਰਜ ਵੱਡੀਆਂ ਬਿਪਤਾਵਾਂ ਪੂਰੀਆਂ ਹੋ ਜਾਣਗੀਆਂ। ਇਸ ਲਈ ਇਸ ਯੁੱਗ ਵਿੱਚ ਅੱਜ ਦੇ ਲੋਕ ਆਰਾਮ ਨਾਲ ਨਹੀਂ ਰਹਿ ਸਕਦੇ। ਉਸ ਦਿਨ ਦੇ ਆਉਣ ਤੋਂ ਪਹਿਲਾਂ ਸਾਨੂੰ ਜਲਦੀ ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ, ਜਿਨ੍ਹਾਂ ਨੇ ਹੁਣ ਤੱਕ ਸੱਚ ਨਹੀਂ ਸੁਣਿਆ। ਸਾਡੇ ਦੋਸਤਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀ ਜਾਣਨ ਵਾਲਿਆਂ ਨੂੰ ਵੀ ਸਾਨੂੰ ਸੱਚ ਦੇ ਜਿਉਂਦੇ ਵਚਨ ਜਲਦੀ ਨਾਲ ਦੱਸਣੇ ਚਾਹੀਦੇ ਹਨ। ਤਦ ਵੱਡੀ ਵਿਪਤਾ ਆਉਣ ਤੋਂ ਪਹਿਲਾਂ ਅਸੀਂ ਸਵਰਗੀ ਲੋਕ ਇਸ ਦੇ ਲਈ ਕੀ ਤਿਆਰ ਕਰ ਰਹੇ ਹਾਂ? ਆਓ ਅਸੀਂ ਕੂਚ ਅਧਿਆਇ 12 ਤੇ ਜਾਈਏ। ਪਰਮੇਸ਼ਵਰ ਨੇ ਸਾਨੂੰ ਬਾਈਬਲ ਵਿੱਚ ਵਿਪਤਾ ਤੋਂ ਬਚਣ ਦਾ ਰਾਹ ਜਾਣਨ ਦਿੱਤਾ ਹੈ। ਕੂਚ ਅਧਿਆਇ 12 ਵਚਨ 1। ਯਹੋਵਾ ਨੇ ਮਿਸਰ ਦੇਸ਼ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ ਔਰ ਇਹ ਤੁਹਾਡੇ ਵਰੇ ਦੇ ਮਹੀਨਿਆਂ ਵਿੱਚ ਪਹਿਲਾ ਹੈ। ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ 10ਵੀਂ ਨੂੰ ਇੱਕ ਜਣਾ ਆਪੋ ਆਪਣੇ ਪਿਤਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਲੇਲਾ ਲਵੇ। ਔਰ ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ। ਔਰ ਤੁਸੀਂ ਇੱਕ ਮਨੁੱਖ ਦੇ ਖਾਨ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ। ਤੁਹਾਡਾ ਲੇਲਾ ਬੱਜ ਤੋਂ ਰਹਿਤ
ਔਰ ਇੱਕ ਵਰੇ ਦਾ ਨਰ ਹੋਵੇ, ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੀਕ ਰੱਖ ਛੱਡਣਾ। ਔਰ ਇਜ਼ਰਾਈਲੀ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ ਔਰ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਬਾਹੀਂ ਅਤੇ ਸਿਰ ਉੱਤੇ ਲਾਉਣ। ਵਚਨ 8, ਫਿਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਲੀ ਰੋਟੀ ਨਾਲ ਖਾਣ ਅਤੇ ਕੋੜੀ ਭਾਜੀ ਨਾਲ। ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨਿਆ ਹੋਇਆ ਕਦੀ ਨਾ ਖਾਓ, ਸਗੋਂ ਅੱਗ ਨਾਲ ਭੁੰਨਿਆ ਹੋਇਆ ਸਿਰੀ ਅਤੇ ਪੈਰਾਂ ਅਤੇ ਆਂਦਰਾਂ ਸਣੇ। ਔਰ ਤੁਸੀਂ ਸਵੇਰ ਤੱਕ ਉਹਦੇ ਵਿੱਚੋਂ ਬਚਾ ਕੇ ਨਾ ਰੱਖਿਓ, ਪਰ ਜੇ ਉਸ ਤੋਂ ਸਵੇਰ ਤੇ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ। ਅਤੇ ਤੁਸੀਂ ਉਸ ਨੂੰ ਇਉਂ ਖਾਣਾ, ਆਪਣੇ ਲੱਕ ਬੰਨ੍ਹ ਕੇ, ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਪਸਾ ਹੈ। ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਘਾਂਗਾ ਔਰ ਮਿਸਰ ਦੇਸ਼ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ। ਔਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਕੀ ਹੋਵੇਗਾ? ਉਹ ਉਹਨਾਂ ਘਰਾਂ ਦੇ ਲਈ ਨਿਸ਼ਾਨ ਬਣੇਗਾ ਜਿੱਥੇ ਪਰਮੇਸ਼ਵਰ ਦੇ ਲੋਕ ਸਨ। ਅਤੇ ਜਦ ਮੈਂ ਲਹੂ ਨੂੰ, ਇਹ ਕਿਹੜਾ ਲਹੂ ਹੈ? ਫਸਾ ਦੇ ਲੇਲੇ ਦਾ ਲਹੂ ਨੂੰ ਵੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਔਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ। ਔਰ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਔਰ ਤੁਸੀਂ ਇਹ ਦਿਨ ਨੂੰ ਯਹੋਵਾ ਲਈ ਪਰਵ ਕਰਕੇ ਮਨਾਇਓ ਅਤੇ ਆਪਣੀ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਧੀ ਦਾ ਪਰਵ ਮਨਾਇਓ। ਇਸ ਸੰਸਾਰ ਦੇ ਨਿਆਂ ਅਤੇ ਵੱਡੀਆਂ ਵਿਪਤਾਵਾਂ ਤੋਂ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਪਰਮੇਸ਼ਵਰ ਨੇ ਕੂਚ ਦੇ ਇਤਿਹਾਸ ਵਿੱਚ ਵਿਪਤਾਵਾਂ ਤੋਂ ਬਚਣ ਦਾ ਰਾਹ ਖੋਲ੍ਹਿਆ। ਪਰਮੇਸ਼ਵਰ ਨੇ ਇਹ ਪੱਕਾ ਕੀਤਾ ਕਿ ਉਹਨਾਂ ਦੇ ਸਵਰਗਦੂਤ ਸਿਰਫ ਪਸਾ ਦੇ ਲੇਲੇ ਦੇ ਲਹੂ ਵਾਲੇ ਘਰਾਂ ਤੋਂ ਪਾਰ ਹੋ ਜਾਣਗੇ ਅਤੇ ਬਿਨਾਂ ਲਹੂ ਦੇ ਹੋਰ ਸਾਰੇ ਘਰਾਂ ਨੂੰ ਨਸ਼ਟ ਕਰ ਦੇਣਗੇ। ਤਦ ਪਵਿੱਤਰ ਆਤਮਾ ਦੀ ਯੁੱਗ ਵਿੱਚ ਵੀ ਕਿ ਸਾਨੂੰ ਪੁਰਾਣੇ ਨੇਮ ਦੀ ਵਿਵਸਥਾ ਦੇ ਅਨੁਸਾਰ ਲੇਲਿਆਂ ਨੂੰ ਬਲੀ ਕਰਨਾ ਚਾਹੀਦਾ ਹੈ ਅਤੇ ਦਰਵਾਜ਼ੇ ਦੇ ਸਿਰੇ ਤੇ ਚੁਗਾਠਾਂ ਤੇ ਲਹੂ ਲਗਾਉਣਾ ਚਾਹੀਦਾ ਹੈ, ਠੀਕ ਜਿਵੇਂ ਇਜ਼ਰਾਈਲੀਆਂ ਨੇ 3500 ਸਾਲ ਪਹਿਲਾਂ ਕੀਤਾ ਸੀ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 5 ਵਿੱਚ ਜਾਈਏ ਅਤੇ ਦੇਖੀਏ ਕਿ ਸਾਨੂੰ ਇਸ ਯੁੱਗ ਵਿੱਚ ਪਰਮੇਸ਼ਵਰ ਦੇ ਸਦਾ ਦੇ ਨੇਮ ਨੂੰ ਕਿਵੇਂ ਮੰਨਣਾ ਚਾਹੀਦਾ ਹੈ। ਪਹਿਲਾ ਕੁਰਿੰਥੀਓ ਅਧਿਆਇ 5 ਵਚਨ 7 ਕਹਿੰਦਾ ਹੈ, ਪੁਰਾਣੇ ਖਮੀਰ ਨੂੰ ਕੱਢ ਸੁੱਟੋ ਪਈ, ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੋਨ ਬਣੋ, ਕਿਉਂ ਜੋ ਸਾਡਾ ਪਸਾ ਜੋ ਕੌਣ ਹੈ? ਜੋ ਮਸੀਹ ਹੈ, ਬਲੀਦਾਨ ਹੋਇਆ। ਪਰਮੇਸ਼ਵਰ ਨੇ ਵਿਪਤਾਵਾਂ ਨੂੰ ਉਹਨਾਂ ਦੇ ਘਰਾਂ ਤੋਂ ਪਾਰ ਹੋਣ ਦਿੱਤਾ ਜਿਨ੍ਹਾਂ ਤੇ ਪਸਾ ਦੇ ਲੇਲੇ ਦਾ ਲਹੂ ਸੀ। ਅਤੇ ਦੂਜਾ ਪਤਰਸ ਅਧਿਆਇ 3 ਕਹਿੰਦਾ ਹੈ, ਉਹ ਇਸ ਲਈ ਸਾੜੇ ਜਾਣ ਲਈ ਉਸੇ ਵਚਨ ਨਾਲ ਰੱਖ ਛੱਡੇ ਹੋਏ ਹਨ। ਜਦੋਂ ਅੱਗ ਇੱਧਰ ਉੱਧਰ ਆਪਣੀ ਭੂਮਿਕਾ ਨਿਭਾਉਂਦੀ ਹੈ ਤਾਂ ਧਰਤੀ ਦਾ ਕੀ ਹੋਵੇਗਾ? 1000 ਅਤੇ 10,000 ਡਿੱਗ ਜਾਣਗੇ ਅਤੇ ਲੋਕਾਂ ਨੂੰ ਪਤਾ ਨਹੀਂ ਚੱਲੇਗਾ ਕਿ ਜ਼ੁਲਮਾਂ ਅਤੇ ਦੁੱਖਾਂ ਵਿੱਚ ਕੀ ਕਰਨਾ ਹੈ। ਇਸ ਹਾਲਾਤ ਵਿੱਚ ਸਾਡੀ ਸੁਰੱਖਿਆ ਕਰਨ ਦਾ ਵਾਅਦਾ ਪਰਮੇਸ਼ਵਰ ਨੇ ਕਿਵੇਂ ਕੀਤਾ ਹੈ? ਪੁਰਾਣਾ ਨੇਮ ਨਵੇਂ ਨੇਮ ਦਾ ਇੱਕ ਪਰਛਾਵਾਂ ਹੈ। ਤਦ ਨਵੇਂ ਨੇਮ ਵਿੱਚ ਪਸਾ ਦਾ ਲੇਲਾ ਕਿਸ ਨੂੰ ਦਰਸਾਉਂਦਾ ਹੈ? ਸਾਡਾ ਪਸਾ ਦਾ ਲੇਲਾ ਕੌਣ ਹੈ? ਯੀਸ਼ੂ ਮਸੀਹ ਪਸਾ ਦੀ ਅਸਲੀਅਤ ਹੈ। ਫਿਰ ਨਵੇਂ ਨੇਮ ਦੇ ਸਮੇਂ ਵਿੱਚ ਸਾਨੂੰ ਕਿਸ ਦੇ ਲਹੂ ਦੀ ਜ਼ਰੂਰਤ ਹੈ? ਸਾਨੂੰ ਮਸੀਹ ਦੇ ਵਡਮੁੱਲੇ ਲਹੂ ਦੀ ਜ਼ਰੂਰਤ ਹੈ। ਸਿਰਫ ਮਸੀਹ ਦੇ ਵਡਮੁੱਲੇ ਲਹੂ ਵਾਲੇ ਘਰਾਂ ਨੂੰ ਉਸ ਤਰ੍ਹਾਂ ਦੀ ਕਿਰਪਾ ਪ੍ਰਾਪਤ ਹੋ ਸਕਦੀ ਹੈ ਜਿਵੇਂ ਕਿ 3500 ਸਾਲ ਪਹਿਲਾਂ ਪਸਾ ਦੀ ਵਿਧੀ ਦੇ ਦੁਆਰਾ, ਜਿਸ ਵਿੱਚ ਦੀਵਾਰ ਦੇ ਸੇਰੂਆਂ ਅਤੇ ਚੁਗਾਠਾਂ ਤੇ ਲਹੂ ਲਗਾਇਆ ਗਿਆ, ਇਜ਼ਰਾਈਲੀਆਂ ਨੂੰ ਮਿਲੀ ਸੀ। ਕਿਉਂ ਜੋ ਸਾਡਾ ਫਸਾ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਵਚਨ 8, ਸੋ ਆਓ ਅਸੀਂ ਤਿਉਹਾਰ, ਇਹ ਕਿਹੜਾ ਤਿਉਹਾਰ ਹੈ? ਪਸਾ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਔਰ ਦੁਸ਼ਟ ਪੁਣੇ ਦੇ ਖਮੀਰ ਨਾਲ, ਸਗੋਂ ਨਿਸ਼ਕਪਟਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ। ਪਰਮੇਸ਼ਵਰ ਦੇ ਲੋਕਾਂ ਨੇ 3500 ਸਾਲ ਪਹਿਲਾਂ ਪਸਾ ਮਨਾਉਣ ਦੇ ਲਈ ਲੇਲਿਆਂ ਅਤੇ ਬੱਕਰੀਆਂ ਨੂੰ ਬਲੀ ਕੀਤਾ, ਪਰ ਮਸੀਹ ਨੇ ਸਾਨੂੰ ਕਿਵੇਂ ਪਸਾ ਮਨਾਉਣ ਦਾ ਹੁਕਮ ਦਿੱਤਾ? ਆਓ ਅਸੀਂ ਮੱਤੀ ਅਧਿਆਇ 26 ਵਚਨ 17 ਤੇ ਇੱਕ ਨਜ਼ਰ ਪਾਈਏ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਯੀਸ਼ੂ ਨੇ ਆਪਣੇ ਚੇਲਿਆਂ ਦੇ ਨਾਲ ਪਸਾ ਮਨਾਉਣ ਦਾ ਇਹ ਦ੍ਰਿਸ਼ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।
ਆਓ ਅਸੀਂ ਵਚਨ 26 ਤੇ ਜਾਈਏ। ਜਦ ਉਹ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਯੀਸ਼ੂ ਨੂੰ ਪਸਾ ਦੇ ਲੇਲੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇਸ ਲਈ ਮੇਰਾ ਸਰੀਰ ਪਸਾ ਦੇ ਲੇਲੇ ਦੇ ਸਰੀਰ ਨੂੰ ਦਰਸਾਉਂਦਾ ਹੈ ਨਾ। ਵਚਨ 27 ਕਹਿੰਦਾ ਹੈ, ਫਿਰ ਉਹਨੇ ਪਿਆਲਾ ਜੋ ਦਾਖਰਸ ਨਾਲ ਭਰਿਆ ਸੀ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਕਿਉਂਕਿ ਮਸੀਹ ਸਾਡੇ ਪਸਾ ਦਾ ਲੇਲਾ ਹੈ, ਤਾਂ ਮੇਰਾ ਲਹੂ ਪਸਾ ਦੇ ਲੇਲੇ ਦੇ ਲਹੂ ਨੂੰ ਦਰਸਾਉਂਦਾ ਹੈ ਨਾ। ਯੀਸ਼ੂ ਨੇ ਕਿਹਾ, ਮੇਰੀ ਵੱਡੀ ਇੱਛਾ ਸੀ ਕਿ ਤੁਹਾਡੇ ਨਾਲ ਪਸਾ ਮਨਾਵਾਂ, ਕਿਉਂਕਿ ਇਹ ਤੁਹਾਡੇ ਲਈ ਇੱਕ ਬਹੁਤ ਜ਼ਰੂਰੀ ਪਰਵ ਹੈ। ਯੀਸ਼ੂ ਆਦ ਤੋਂ ਅੰਤ ਦੇਖਦੇ ਹਨ, ਇਸ ਲਈ ਉਹਨਾਂ ਦੇ ਨਜ਼ਰੀਏ ਨਾਲ ਜਦੋਂ ਧਰਤੀ ਤੇ 7 ਅੰਤਮ ਵਿਪਤਾਵਾਂ ਆਉਂਦੀਆਂ ਹਨ ਅਤੇ ਧਰਤੀ ਦੀਆਂ ਚਾਰੇ ਪੌਣਾਂ ਛੱਡੀਆਂ ਜਾਂਦੀਆਂ ਹਨ, ਤਦ ਪਰਮੇਸ਼ਵਰ ਦੇ ਲੋਕਾਂ ਦੇ ਲਈ ਪਰਮੇਸ਼ਵਰ ਦੁਆਰਾ ਸੁਰੱਖਿਅਤ ਕੀਤਾ ਜਾਣਾ ਅਤੇ ਬਚਾਇਆ ਜਾਣਾ ਪਸਾ ਤੋਂ ਬਿਨਾਂ ਅਸੰਭਵ ਹੈ। ਜਦੋਂ ਧਰਤੀ ਜੋ ਸਾਡੇ ਜਾਨ ਲਈ ਰੱਖੀ ਗਈ ਹੈ ਆਪਣੀ ਕਿਸਮਤ ਨਾਲ ਮਿਲੇਗੀ ਅਤੇ ਸਭ ਕੁਝ ਹਫੜਾ ਦਫੜੀ ਵਿੱਚ ਹੋਵੇਗਾ, ਜਦੋਂ ਇਹ ਬਿਆਨ ਨਾ ਕੀਤੇ ਜਾਣ ਵਾਲੇ ਭਿਆਨਕ ਹਾਲਾਤ ਆਉਣਗੇ ਤਾਂ ਸ਼ੂਰਬੀਰ ਵੀ ਬਹੁਤ ਰੋਣਗੇ। ਬਾਈਬਲ ਕਹਿੰਦੀ ਹੈ ਕਿ ਜਦੋਂ ਲੋਕ ਅੰਤਿਮ ਦਿਨਾਂ ਵਿੱਚ ਉਸ ਭਿਆਨਕ ਦ੍ਰਿਸ਼ ਨੂੰ ਦੇਖਣਗੇ ਤਦ ਉਹ ਡਰ ਨਾਲ ਕੰਬਣਗੇ ਅਤੇ ਉਹਨਾਂ ਦਾ ਰੋਣਾ ਹਰ ਜਗ੍ਹਾ ਸੁਣਾਈ ਦੇਵੇਗਾ। ਹਾਲਾਂਕਿ ਪਰਮੇਸ਼ਵਰ ਨੇ ਸਾਨੂੰ ਸਵਰਗ ਦੇ ਲੋਕਾਂ ਨੂੰ ਉਹ ਵੱਡਮੁੱਲਾ ਵਾਅਦਾ ਕੀਤਾ ਹੈ ਕਿ ਅਸੀਂ ਸਾਰੇ ਪਸਾ ਦੇ ਦੁਆਰਾ ਛੁਡਾਏ ਜਾਵਾਂਗੇ, ਹੈ ਨਾ। ਹਿਜਕੇਲ ਅਧਿਆਇ 7 ਦੀ ਭਵਿੱਖਬਾਣੀ ਵਿੱਚ ਆਓ ਅਸੀਂ ਦੇਖੀਏ ਕਿ ਨਬੀ ਹਿਜਕੇਲ ਨੇ ਦ੍ਰਿਸ਼ ਦਾ ਵਰਣਨ ਕਿਵੇਂ ਕੀਤਾ। ਅਧਿਆਇ 7 ਵਚਨ 1, ਯਹੋਵਾ ਦਾ ਵਚਨ ਮੇਰੇ ਕੋਲ ਇਹ ਆਖਣ ਲਈ ਆਇਆ, ਹੇ ਆਦਮੀ ਦੇ ਪੁੱਤਰ, ਪ੍ਰਭੂ ਯਹੋਵਾ ਇਜ਼ਰਾਈਲ ਦੀ ਭੂਮੀ ਨੂੰ ਇਉਂ ਫਰਮਾਉਂਦਾ ਹੈ, ਇਹ ਅੰਤ ਹੈ, ਦੇਸ਼ ਦੇ ਚੋਹਾਂ ਖੂੰਜਿਆਂ ਉੱਤੇ ਅੰਤ ਆ ਪੁੱਜਾ ਹੈ। ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕਰੋਧ ਤੇਰੇ ਉੱਤੇ ਘੱਲਾਂਗਾ ਤੇ ਤੇਰੇ ਮਾਰਗਾਂ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਨੌਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ। ਮੇਰੀ ਅੱਖ ਤੇਰਾ ਲਿਹਾਜ਼ ਨਾ ਕਰੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ, ਸਗੋਂ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਨੌਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਮੈਂ ਯਹੋਵਾ ਹਾਂ। ਪ੍ਰਭੂ ਯਹੋਵਾ ਯੋ ਫਰਮਾਉਂਦਾ ਹੈ ਕਿ ਇੱਕ ਬਿਪਤਾ, ਹਾਂ ਇੱਕ ਬਿਪਤਾ ਵੇਖੋ, ਉਹ ਆਂਦੀ ਹੈ, ਅੰਤ ਆ ਪੁੱਜਾ, ਹਾਂ ਅੰਤ ਆ ਪੁੱਜਾ, ਅੰਤ ਤੇਰੇ ਉੱਤੇ ਜਾਗ ਉੱਠਿਆ, ਵੇਖ ਉਹ ਆ ਪੁੱਜਿਆ। ਹੇ ਧਰਤੀ ਦੇ ਰਹਿਣ ਵਾਲੇ, ਤੇਰੀ ਵਾਰੀ ਆ ਗਈ, ਸਮਾਂ ਆ ਪੁੱਜਿਆ, ਰੋਲੇ ਦਾ ਦਿਹਾੜਾ ਨੇੜੇ ਆ ਗਿਆ। ਇਹ ਪਰਬਤਾਂ ਉੱਤੇ ਖੁਸ਼ੀ ਵਿੱਚ ਗੱਜਣ ਦਾ ਦਿਨ ਨਹੀਂ। ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲਾਂਗਾ ਅਤੇ ਆਪਣਾ ਕਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ ਅਤੇ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਨੌਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ। ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ, ਨਾ ਮੈਂ ਤਰਸ ਖਾਵਾਂਗਾ ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਨੌਣੇ ਕੰਮ ਤੇਰੇ ਵਿੱਚ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਜੋ ਮਾਰਦਾ ਹਾਂ। ਵੇਖ ਉਹ ਦਿਨ, ਵੇਖ ਉਹ ਆ ਪੁੱਜਿਆ ਹੈ, ਤੇਰੀ ਸ਼ਾਮਤ ਆ ਗਈ। ਛੜ ਵਿੱਚ ਕਲੀਆਂ ਨਿਕਲੀਆਂ, ਘੁਮੰਡ ਵਿੱਚ ਡੋਡੀਆਂ ਲੱਗੀਆਂ, ਜ਼ੁਲਮ ਵੱਧ ਕੇ ਦੁਸ਼ਟ ਪੁਣੇ ਲਈ ਛੜ ਬਣ ਗਿਆ। ਹੁਣ ਕੋਈ ਉਹਨਾਂ ਵਿੱਚੋਂ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕੋਈ ਬਜ਼ੁਰਗੀ ਹੋਵੇਗੀ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਅੰਤਿਮ ਦਿਨ ਤੇ ਦੁਸ਼ਟਾਂ ਦਾ ਨਿਆਂ ਕਰਨ ਅਤੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਇੱਕ ਵੱਡੀ ਬਿਪਤਾ, ਇੱਕ ਕਲਪਨਾ ਤੋਂ ਪਰੇ ਬਿਪਤਾ ਤਿਆਰ ਕੀਤੀ ਹੈ। ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਨੂਹ ਦੇ ਸਮੇਂ ਵਿੱਚ ਲੋਕਾਂ ਨੇ ਜਹਾਜ਼ ਵਿੱਚ ਪ੍ਰਵੇਸ਼ ਕੀਤਾ ਸੀ, ਪਰ ਇਸ ਯੁੱਗ ਵਿੱਚ ਲੋਕਾਂ ਨੂੰ ਜਲਦੀ ਨਾਲ ਸਿਯੋਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਉਸ ਦਿਨ, ਆਪਣੇ ਕ੍ਰੋਧ ਦੇ ਦਿਨ ਆਉਣ ਤੋਂ ਪਹਿਲਾਂ ਬਚਨ ਦਾ ਰਾਹ ਸਿਖਾਇਆ ਹੈ। ਉਹਨਾਂ ਨੇ ਸਾਡੇ ਲਈ ਸਿਯੋਨ ਤਿਆਰ ਕੀਤਾ ਹੈ ਤਾਂ ਜੋ ਅਸੀਂ ਸਭ ਉਸ ਵਿੱਚ ਪ੍ਰਵੇਸ਼ ਕਰ ਸਕੀਏ, ਹੈ ਨਾ। ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 91 ਦੇਖੀਏ, ਵਚਨ 7।
ਤੇਰੇ ਮੁੱਢ 1000 ਅਤੇ ਤੇਰੇ ਸੱਜੇ ਹੱਥ 10,000 ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਵਚਨ 8, ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ। ਹੇ ਯਹੋਵਾ, ਤੂੰ ਤਾਂ ਮੇਰੀ ਪਨਾਹਗਾਹ ਹੈ, ਤੈਂ ਅਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਾਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇੜੇ ਕੋਲ ਅਪੜੇਗੀ। ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਭਾਈ ਉਹ ਤੇਰੀਆਂ ਕੀ ਕਰਨ? ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਹ ਵਾਅਦਾ ਕੀਤਾ ਹੈ, ਇਸ ਲਈ ਅਸੀਂ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹਾਂ, ਹੈ ਨਾ? ਇਹ ਸਾਰੀਆਂ ਚੀਜ਼ਾਂ ਸਿਰਫ ਮਲਾਕੀ ਅਤੇ ਸੁਪਨਿਆਂ ਦੀਆਂ ਪੁਸਤਕਾਂ ਵਿੱਚ ਹੀ ਨਹੀਂ ਲਿਖੀਆਂ ਗਈਆਂ। ਉਹੀ ਚੀਜ਼ਾਂ ਉਸ ਦ੍ਰਿਸ਼ ਵਿੱਚ ਵੀ ਦਿਖਾਈ ਦਿੰਦੀਆਂ ਹਨ ਜੋ ਰਸੂਲ ਯਹੂਨਾ ਨੇ ਇੱਕ ਦਰਸ਼ਨ ਵਿੱਚ ਦੇਖਿਆ ਸੀ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹੁਣ ਅਸੀਂ ਇੱਕ ਇਸ ਤਰ੍ਹਾਂ ਦੇ ਯੁੱਗ ਵਿੱਚ ਜੀ ਰਹੇ ਹਾਂ ਜਿੱਥੇ ਲੋਕ ਪਰਮੇਸ਼ਵਰ ਦਾ ਨਿਆਂ ਪਾਉਣ ਦੇ ਯੋਗ ਦੁਸ਼ਟ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਵਿੱਚ ਜਾਈਏ। ਅਧਿਆਇ 7 ਵਚਨ 1 ਲਿਖਿਆ ਹੈ, ਇਹਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੋਟਾਂ ਉੱਤੇ 4 ਦੂਤ ਖਲੋਤੇ ਹੋਏ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ, ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਭਵਿੱਖ ਸੂਚਕ ਰੂਪ ਨਾਲ ਪੌਣ ਯੁੱਧ ਨੂੰ ਦਰਸਾਉਂਦੀ ਹੈ। ਚਾਰੇ ਪੌਣਾਂ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੀਆਂ ਪੌਣਾਂ ਹਨ ਜੋ ਇੱਕ ਵਿਸ਼ਵ ਯੁੱਧ ਨੂੰ ਦਰਸਾਉਂਦੀਆਂ ਹਨ। ਬਾਈਬਲ ਕਹਿੰਦੀ ਹੈ ਕਿ ਸਵਰਗਦੂਤਾਂ ਨੇ ਚਾਰੇ ਪੌਣਾਂ ਨੂੰ ਫੜਿਆ ਹੋਇਆ ਹੈ। ਉਹ ਹੁਣ ਉਹਨਾਂ ਨੂੰ ਛੱਡਣ ਵਾਲੇ ਹਨ। ਯੁੱਧ ਦੀਆਂ ਪੌਣਾਂ ਇੱਧਰ ਉੱਧਰ ਵਗ ਰਹੀਆਂ ਹਨ। ਚਾਰੇ ਪੌਣਾਂ ਨੂੰ ਛੱਡਣ ਦਾ ਸਮਾਂ ਲਗਭਗ ਸਮਾਂ ਆ ਚੁੱਕਾ ਹੈ। ਮੈਂ ਧਰਤੀ ਦੀਆਂ ਚੌਹਾਂ ਕੋਟਾਂ ਉੱਤੇ 4 ਦੂਤ ਖਲੋਤੇ ਹੋਏ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਹੋਇਆ ਸੀ, ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਪਰਮੇਸ਼ਵਰ ਹੁਣ ਵੀ ਉਹਨਾਂ ਨੂੰ ਚਾਰੇ ਪੌਣਾਂ ਨੂੰ ਫੜੀ ਰੱਖਣ ਦਾ ਹੁਕਮ ਦਿੰਦੇ ਹਨ। ਵਚਨ 2, ਅਤੇ ਮੈਂ ਇੱਕ ਹੋਰ ਦੂਤ ਨੂੰ, ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ, ਅਤੇ ਉਸਨੇ ਉਹਨਾਂ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਾਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਥੋੜੀ ਹੋਰ ਉਡੀਕ ਕਰੋ ਜਦੋਂ ਤੱਕ ਕਿ ਪਰਮੇਸ਼ਵਰ ਦੀ ਮੋਹਰ ਪਰਮੇਸ਼ਵਰ ਦੇ ਲੋਕਾਂ ਦੇ ਮੱਥਿਆਂ ਤੇ ਨਾ ਲਗਾਈ ਜਾਵੇ। ਮੋਹਰ ਲਗਾਉਣ ਦਾ ਕੰਮ ਕਿੱਥੋਂ ਸ਼ੁਰੂ ਹੁੰਦਾ ਹੈ? ਇਹ ਚੜ੍ਹਦੇ ਪਾਸੇ ਤੋਂ ਸ਼ੁਰੂ ਹੁੰਦਾ ਹੈ। ਇੱਥੇ ਪਰਮੇਸ਼ਵਰ ਦੀ ਮੋਹਰ ਪਰਮੇਸ਼ਵਰ ਦੇ ਲੋਕਾਂ ਤੇ ਲਗਾਈ ਜਾਂਦੀ ਹੈ ਤਾਂ ਜੋ ਉਹ ਵਿਪਤਾਵਾਂ ਤੋਂ ਬਚ ਸਕਣ, ਹੈ ਨਾ? ਇਹ ਪਰਮੇਸ਼ਵਰ ਦੀ ਮੋਹਰ ਹੈ। ਇਸ ਲਈ ਉਸ ਤੇ ਪਰਮੇਸ਼ਵਰ ਦਾ ਨਾਮ ਹੈ। ਤਾਂ ਪਰਮੇਸ਼ਵਰ ਦਾ ਨਾਮ ਕਿੱਥੇ ਲਿਖਿਆ ਜਾਵੇਗਾ? ਇਹ ਤੁਹਾਡੇ ਮੱਥਿਆਂ ਤੇ ਲਿਖਿਆ ਜਾਵੇਗਾ। ਪਰਮੇਸ਼ਵਰ ਨੇ ਕਿਹਾ ਕਿ ਉਹ ਸਾਡੇ ਮਨ ਅਤੇ ਆਤਮਾਵਾਂ ਤੇ ਆਪਣੀ ਮੋਹਰ ਲਗਾਉਣਗੇ। ਇਹ ਭਵਿੱਖਬਾਣੀ ਨਾ ਪਿਤਾ ਦੇ ਯੁੱਗ ਵਿੱਚ ਅਤੇ ਨਾ ਹੀ ਪੁੱਤਰ ਦੇ ਯੁੱਗ ਵਿੱਚ, ਪਰ ਇਹਨਾਂ ਅੰਤਮ ਦਿਨਾਂ ਵਿੱਚ ਅਰਥਾਤ ਪਵਿੱਤਰ ਆਤਮਾ ਦੇ ਯੁੱਗ ਵਿੱਚ ਪੂਰੀ ਹੋਣੀ ਚਾਹੀਦੀ ਹੈ। ਤਾਂ ਇਹ ਚੜ੍ਹਦੇ ਪਾਸਿਓਂ ਆਉਣ ਵਾਲੀ ਪਰਮੇਸ਼ਵਰ ਦੀ ਮੋਹਰ ਤੇ ਕਿਸ ਦਾ ਨਾਮ ਪ੍ਰਗਟ ਹੋਣਾ ਚਾਹੀਦਾ ਹੈ? ਇਹ ਨਾ ਪਿਤਾ ਦਾ ਨਾਮ ਯਹੋਵਾ ਹੈ ਅਤੇ ਨਾ ਹੀ ਪੁੱਤਰ ਦਾ ਨਾਮ ਯੀਸ਼ੂ ਹੈ। ਮੋਹਰ ਤੇ ਕਿਸ ਦਾ ਨਾਮ ਹੋਣਾ ਚਾਹੀਦਾ ਹੈ? ਉਹ ਯੀਸ਼ੂ ਦਾ ਨਵਾਂ ਨਾਮ ਪਵਿੱਤਰ ਆਤਮਾ ਦਾ ਨਾਮ ਹੈ। ਪਰਮੇਸ਼ਵਰ ਦੀ ਮੋਹਰ ਤੇ ਯੀਸ਼ੂ ਦਾ ਨਵਾਂ ਨਾਮ ਅਨਸੰਗ ਹੂੰ ਉਹਨਾਂ ਸਾਰਿਆਂ ਤੇ ਲਗਾਇਆ ਜਾਵੇਗਾ ਜੋ ਮਸੀਹ ਅਨਸੰਗ ਹੂੰ ਜੀ ਤੇ ਵਿਸ਼ਵਾਸ ਕਰਦੇ ਹਨ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਅਸੀਂ ਵਚਨ 2 ਤੇ ਫਿਰ ਤੋਂ ਨਜ਼ਰ ਪਾਈਏ। ਅਤੇ ਮੈਂ ਇੱਕ ਹੋਰ ਦੂਤ ਨੂੰ, ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸੇ ਉੱਠਦਾ ਵੇਖਿਆ, ਅਤੇ ਉਸਨੇ ਉਹਨਾਂ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਾਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਇਸ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਪਰਮੇਸ਼ਵਰ ਦੇ ਲੋਕਾਂ ਨੂੰ ਬਚਾਉਣ ਦਾ ਸਹੀ ਰਾਹ ਤਿਆਰ ਹੋਣ ਤੋਂ ਬਾਅਦ ਹੀ ਚਾਰੇ ਪੌਣਾਂ ਨੂੰ ਛੱਡਿਆ ਜਾਵੇਗਾ। ਅਸੀਂ ਸਾਲ 2020 ਵਿੱਚ ਦੁਨੀਆ ਭਰ ਵਿੱਚ ਆਪਣੇ ਕਈ ਸਿਓਨ ਦੇ ਮੈਂਬਰਾਂ ਨੂੰ ਲੱਭ ਲਿਆ ਹੈ। ਦੁਨੀਆ ਦੇ ਸਾਰੇ ਹਿੱਸਿਆਂ ਤੋਂ, ਏਸ਼ੀਆ, ਅਫਰੀਕਾ, ਓਸ਼ਨੀਆ, ਯੂਰਪ, ਉੱਤਰੀ ਅਮਰੀਕਾ, ਦੱਖਣ ਅਮਰੀਕਾ, ਉੱਤਰੀ ਚੀਨ, ਦੱਖਣ ਚੀਨ, ਉੱਤਰ ਭਾਰਤ, ਦੱਖਣ ਭਾਰਤ, ਰੂਸ ਅਤੇ ਬ੍ਰਾਜ਼ੀਲ, ਕਈ ਲੋਕ ਆਪਣੇ ਪਾਪਾਂ ਤੋਂ ਤੋਬਾ ਕਰਦੇ ਹੋਏ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਵਾਪਸ ਆ ਰਹੇ ਹਨ। ਚਾਰੇ ਪੌਣਾਂ ਨੂੰ ਹੁਣ ਵੀ ਛੱਡਿਆ ਜਾ ਸਕਦਾ ਹੈ ਕਿਉਂਕਿ ਸਾਡੇ ਬਹੁਤ ਸਾਰੇ ਭਰਾ ਅਤੇ ਭੈਣਾਂ
ਸੱਚ ਨੂੰ ਸਵੀਕਾਰ ਕਰਨ ਦੇ ਲਈ ਆ ਰਹੇ ਹਨ। ਜਿਵੇਂ ਅਸੀਂ ਇੱਥੇ ਦੇਖਦੇ ਹਾਂ, ਚਾਰੇ ਪੌਣਾਂ ਨੂੰ ਥੋੜੇ ਚਿਰ ਲਈ ਫੜਿਆ ਹੋਇਆ ਹੈ ਅਤੇ ਪਰਮੇਸ਼ਵਰ ਦਾ ਮੋਹਰ ਲਗਾਉਣ ਦਾ ਕੰਮ ਚੜ੍ਹਦੇ ਪਾਸੇ ਤੋਂ ਸ਼ੁਰੂ ਹੁੰਦਾ ਹੈ। ਪਰਮੇਸ਼ਵਰ ਦੀ ਮੋਹਰ ਪਸਾ ਨੂੰ ਦਰਸਾਉਂਦੀ ਹੈ ਨਾ? ਉਹ ਨਵੇਂ ਨੇਮ ਦੇ ਪਸਾ ਨੂੰ ਸੰਕੇਤ ਕਰਦੀ ਹੈ। ਇਸ ਲਈ ਨਵੇਂ ਨੇਮ ਦਾ ਪਸਾ ਦਾ ਸੱਚ ਪਸ਼ਚਮ ਵਿੱਚ ਪ੍ਰਗਟ ਨਹੀਂ ਹੋ ਸਕਦਾ। ਇਸ ਨੂੰ ਕਿੱਥੇ ਪ੍ਰਗਟ ਹੋਣਾ ਚਾਹੀਦਾ ਹੈ? ਉਹ ਕੋਰੀਆ ਹੈ ਜੋ ਸਿੱਧੇ ਪਤਮੁਸ ਟਾਪੂ ਦੀਪ ਤੋਂ ਚੜ੍ਹਦੇ ਪਾਸੇ ਵਿੱਚ ਧਰਤੀ ਦੇ ਬੰਨੇ ਤੇ ਹੈ। ਇੱਥੇ ਸ਼ੁਰੂ ਹੋ ਕੇ ਦੁਨੀਆ ਭਰ ਦੇ ਲੋਕਾਂ ਤੇ ਪਰਮੇਸ਼ਵਰ ਦੀ ਮੋਹਰ ਨਵੇਂ ਨੇਮ ਦਾ ਪਸਾ ਲਗਾਉਣ ਦਾ ਮਹਾਨ ਕੰਮ ਹੁਣ ਕੀਤਾ ਜਾ ਰਿਹਾ ਹੈ। ਉੱਤਰ ਕੋਰੀਆ ਤੇ ਸੰਯੁਕਤ ਰਾਜ ਅਮਰੀਕਾ ਹੁਣ ਪਰਮਾਣੂ ਹਥਿਆਰਾਂ ਨਾਲ ਇੱਕ ਤਿੱਖੀ ਲੜਾਈ ਵਿੱਚ ਸ਼ਾਮਿਲ ਹੋ ਰਹੇ ਹਨ। ਇਹ ਐਮਰਜੈਂਸੀ ਹਾਲਾਤ ਸਿਰਲੇਖ ਖਬਰ ਦੀਆਂ ਸੁਰਖੀਆਂ ਵਿੱਚ ਦਿਖਾਈ ਦੇ ਰਹੇ ਹਨ, ਜੋ ਦੁਨੀਆ ਭਰ ਦੇ ਲੋਕਾਂ ਦੀ ਚਿੰਤਾ ਨੂੰ ਆਕਰਸ਼ਿਤ ਕਰਦੇ ਹਨ ਕਿ ਮੱਧ ਪੂਰਬ ਜਾਂ ਪੂਰਬ ਵਿੱਚ ਧਰਤੀ ਦੇ ਬੰਨੇ ਤੇ ਸਥਿਤ ਦੇਸ਼ ਕੋਰੀਆ ਵਿੱਚ ਕੁਝ ਨਾਸ਼ਕਾਰੀ ਚੀਜ਼ ਹੋਣ ਵਾਲੀ ਹੈ। ਜੋ ਲੋਕ ਬਾਈਬਲ ਦੀਆਂ ਭਵਿੱਖਵਾਣੀਆਂ ਨੂੰ ਪੜ੍ਹਦੇ ਹਨ, ਉਹ ਇਸ ਦੇ ਬਾਰੇ ਵਿੱਚ ਬਹੁਤ ਚਿੰਤਾ ਕਰਦੇ ਹਨ। ਮੱਧ ਪੂਰਬ ਦਾ ਸਭ ਤੋਂ ਖਤਰਨਾਕ ਦੇਸ਼ ਇਜ਼ਰਾਈਲ ਹੈ। ਕੋਰੀਆ ਧਰਤੀ ਦੇ ਬੰਨੇ ਤੇ ਸਥਿਤ ਦੇਸ਼ ਹੈ। ਇਹ ਦੋਨੋਂ ਦੇਸ਼ ਅੰਤਮ ਸਮੇਂ ਦੀਆਂ ਭਵਿੱਖਵਾਣੀਆਂ ਦੇ ਅਨੁਸਾਰ ਵਿਨਾਸ਼ਕਾਰੀ ਸ਼ੁਰੂਆਤ ਦਾ ਬਿੰਦੂ ਹੈ। ਅਸਲ ਵਿੱਚ ਹੁਣ ਸੈਨਿਕ ਅੱਡੇ ਤੇ ਦਰਜਨਾਂ ਮਿਸਾਈਲਾਂ ਚਲਾਈਆਂ ਜਾ ਰਹੀਆਂ ਹਨ। ਇਸ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਸਿਰਫ ਰਾਜਨੀਤੀ ਦਾ ਮਾਮਲਾ ਨਹੀਂ ਮੰਨਣਾ ਚਾਹੀਦਾ। ਸਾਨੂੰ ਹਰੇਕ ਚੀਜ਼ ਨੂੰ ਭਵਿੱਖਬਾਣੀ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਸਾਨੂੰ ਇਸ ਖਬਰ ਤੇ ਇੱਕ ਦ੍ਰਿਸ਼ ਦੇ ਰੂਪ ਵਿੱਚ ਵਰਤਾਓ ਕਰਨ ਦੇ ਬਜਾਏ ਆਪਣੇ ਆਲੇ ਦੁਆਲੇ ਦੇ ਕਈ ਲੋਕਾਂ ਨੂੰ ਇਸ ਗੰਭੀਰ ਹਾਲਾਤ ਤੇ ਧਿਆਨ ਦੇਣ ਦੇ ਲਈ ਉਹਨਾਂ ਤੋਂ ਪ੍ਰਸ਼ਨ ਪੁੱਛਦੇ ਹੋਏ ਮਦਦ ਕਰਨੀ ਚਾਹੀਦੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਭਿਆਨਕ ਹਾਲਾਤ ਅਸਲ ਵਿੱਚ ਹੁੰਦੇ ਹਨ ਤਾਂ ਕੀ ਤੁਹਾਨੂੰ ਬਚਾਏ ਜਾਣ ਦਾ ਰਸਤਾ ਪਤਾ ਹੈ? ਤਦ ਸਾਨੂੰ ਪਰਮੇਸ਼ਵਰ ਦੀ ਭਵਿੱਖਬਾਣੀ ਦੇ ਅਨੁਸਾਰ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਕਿ ਮੁਕਤੀ ਦੇ ਜਹਾਜ਼ ਸਿਯੋਨ ਵਿੱਚ ਕਿਵੇਂ ਮੁੜਨਾ ਹੈ। ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਇਨਕਾਰ ਕਰਦੇ ਹਨ। ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਪਰ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੱਚ ਸਿਖਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਸਾਰੇ ਪਿਆਰੇ ਪਰਿਵਾਰ ਦੇ ਮੈਂਬਰ, ਦੋਸਤ, ਗੁਆਂਢੀ ਅਤੇ ਜਾਣ ਪਛਾਣ ਵਾਲੇ ਬਚਾਏ ਜਾ ਸਕਣ ਅਤੇ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਣ। ਪਸਾ ਦਾ ਦ੍ਰਿਸ਼ ਸਿਰਫ ਇੱਥੇ ਦਿਖਾਈ ਨਹੀਂ ਦਿੰਦਾ। ਪੁਰਾਣੇ ਨੇਮ ਵਿੱਚ ਵੀ ਰਾਜਾ ਹਿਜਕੀਆ ਦੇ ਸਮੇਂ ਵਿੱਚ ਇੱਕ ਇਤਿਹਾਸ ਹੈ ਜੋ ਦਿਖਾਉਂਦਾ ਹੈ ਕਿ ਇਜ਼ਰਾਈਲ ਦਾ ਰਾਜ ਨਸ਼ਟ ਹੋ ਗਿਆ ਸੀ ਕਿਉਂਕਿ ਉਸ ਦੇ ਲੋਕਾਂ ਨੇ ਪਸਾ ਦਾ ਇਨਕਾਰ ਕੀਤਾ ਸੀ। ਇਜ਼ਰਾਈਲ ਦੇ ਰਾਜਾ ਹੋਸ਼ੇ ਦੇ 9ਵੇਂ ਸਾਲ ਵਿੱਚ ਇਜ਼ਰਾਈਲ ਦੇ ਰਾਜ ਦਾ ਅੰਤ ਹੋਇਆ। ਉਸ ਦੇ ਨਾਸ਼ ਦੇ ਬਾਰੇ ਵਿੱਚ ਬਾਈਬਲ ਆਖਦੀ ਹੈ ਕਿ ਇਜ਼ਰਾਈਲ ਦੇ ਰਾਜ ਨੂੰ ਨਸ਼ਟ ਕੀਤਾ ਗਿਆ ਸੀ ਕਿਉਂਕਿ ਲੋਕ ਪਰਮੇਸ਼ਵਰ ਦੇ ਨਿਯਮਾਂ, ਵਿਧੀਆਂ ਅਤੇ ਹੁਕਮਾਂ ਦਾ ਪਾਲਨ ਨਹੀਂ ਕਰਦੇ ਸਨ। ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਹਨ ਜੋ ਇਸ ਯੁੱਗ ਵਿੱਚ ਜੀ ਰਹੇ ਹਨ, ਪਰ ਲੋਕ ਉਹਨਾਂ ਦਾ ਇਨਕਾਰ ਕਰਦੇ ਹਨ। ਸਾਨੂੰ ਲੋਕਾਂ ਨੂੰ ਉਹਨਾਂ ਦਾ ਇਨਕਾਰ ਨਾ ਕਰਨ ਨੂੰ ਕਹਿੰਦੇ ਹੋਏ ਚਾਰੇ ਪਾਸੇ ਜਾਣਾ ਚਾਹੀਦਾ ਹੈ। ਪਸਾ ਨੇੜੇ ਆ ਰਿਹਾ ਹੈ। ਮੈਨੂੰ ਪਸਾ ਦਾ ਪ੍ਰਚਾਰ ਕਰਨਾ ਚਾਹੀਦਾ ਸੀ। ਇਹ ਕਹਿੰਦੇ ਹੋਏ ਪ੍ਰਚਾਰ ਵਿੱਚ ਅਸਫਲ ਹੋ ਕੇ ਪਛਤਾਵਾ ਨਾ ਕਰਨ ਦੇ ਲਈ ਆਓ ਅਸੀਂ ਪਸਾ ਦੇ ਪਰਵ ਮਨਾਉਣ ਦੀ ਤਿਆਰੀ ਕਰੀਏ ਅਤੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦੇ ਰੂਪ ਵਿੱਚ ਸਾਰੇ ਲੋਕਾਂ ਦੀ ਨਵੇਂ ਨੇਮ ਦੇ ਪਸਾ ਦੇ ਸੱਚ ਵਿੱਚ ਅਗਵਾਈ ਕਰਦੇ ਹੋਏ ਪਰਵ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਸਮਝੀਏ। ਇਸ ਸਾਲ ਇੱਥੇ ਅਤੇ ਉੱਥੇ ਕਈ ਵਿਨਾਸ਼ਕਾਰੀ ਨਿਸ਼ਾਨ ਹਨ। ਜੇਕਰ ਤੁਸੀਂ ਕਿਸੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਹੁਤ ਦੇਰ ਹੋਣ ਤੋਂ ਪਹਿਲਾਂ ਹੁਣ ਪ੍ਰਚਾਰ ਕਰੋ। ਮੈਂ ਇਮਾਨਦਾਰੀ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਆਤਮਾਵਾਂ ਨੂੰ ਤੋਬਾ ਕਰਵਾਉਣ ਵਿੱਚ, ਅਗਵਾਈ ਕਰਨ ਅਤੇ ਪੂਰੀ ਦੁਨੀਆ ਨੂੰ ਬਚਾਉਣ ਵਿੱਚ ਇੱਕ ਮਹਾਨ ਭੂਮਿਕਾ ਨਿਭਾਉਣ ਦੇ ਲਈ ਕਹਿੰਦਾ ਹਾਂ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।